ਹੈਲੋ ਦੋਸਤੋ, ਮੋਸਟ ਵੈਲਕਮ ਹਿੰਦੀ ਦੇ ਇੱਕ ਹੋਰ ਲੈਕਚਰ ਦੇ ਵਿੱਚ। ਤਾਂ ਹਿੰਦੀ ਦਾ ਅੱਜ ਆਪਣਾ ਲੈਕਚਰ ਹੈਗਾ 3rd ਨੰਬਰ। ਬਹੁਤ ਜਿਹੜੇ ਡਿਟੇਲ ਦੇ ਵਿੱਚ ਲਾਸਟ 2 ਲੈਕਚਰ ਕੀਤੇ ਸੀਗੇ, ਤਾਂ ਜਿਹੜੇ ਬੱਚਿਆਂ ਨੇ ਨਹੀਂ ਦੇਖੇ ਤਾਂ ਦੇਖ ਲਓ। ਸਿਲੇਬਸ ਦੇ ਅਕੋਰਡਿੰਗ ਆਪਣਾ ਜਿਹੜਾ ਚੱਲਦਾ ਆਉਂਦਾ, ਠੀਕ ਹੈ। ਜਿਹੜਾ ਵੀ ਆਪਣੀ ਲੈਕਚਰ ਹੈ, ਵੀਡੀਓ ਹੈ, ਫਸਟ ਆਪਣਾ ਸਿਲੇਬਸ ਦੇ ਵਿੱਚ ਹੈਗਾ ਭਾਸ਼ਾ ਔਰ ਲਿਪੀ। ਭਾਸ਼ਾ ਔਰ ਲਿਪੀ ਇਹਨੂੰ ਤੁਹਾਨੂੰ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਫਸਟ 2 ਲੈਕਚਰ ਦੇ ਵਿੱਚ ਦੱਸ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਹੋਰ ਕੁਝ ਪੜ੍ਹਨ ਦੀ ਲੋੜ ਪੈਣੀ ਹੈ ਜਾਂ ਸਮਝ ਨਾ ਆਇਆ ਹੋਵੇ ਕਿਸੇ ਨੂੰ। ਤਾਂ ਸੈਕਿੰਡ ਇਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰ ਲਈ, ਭਾਸ਼ਾ ਲਿਪੀ ਬਾਰੇ, ਬੋਲੀਆਂ ਬਾਰੇ ਵੀ ਗੱਲ ਕੀਤੀ ਸੀਗੀ। ਇਹਨਾਂ ਦੇ ਜਿਹੜੇ ਕੁਐਸਚਨ ਬਣਦੇ ਸੀ 30 ਤੋਂ 35 ਕੁਐਸਚਨ ਮੈਨੂੰ ਲੱਗਦਾ ਮੈਂ ਤੁਹਾਨੂੰ ਉਸ ਦਿਨ ਕਰਵਾ ਦਿੱਤੇ ਆ ਇਹਨਾਂ ਦੋਨਾਂ ਦੇ ਲੈਕਚਰਾਂ ਦੇ ਵਿੱਚ। ਤਾਂ ਉਹ ਵੀ ਸਫੀਸ਼ੀਐਂਟ ਹੋਣਗੇ। ਤਾਂ ਜਦੋਂ ਆਪਣਾ ਕੰਪਲੀਟ ਹੋ ਗਿਆ ਤਾਂ ਉਸ ਤੋਂ ਬਾਅਦ MCQ ਵੀ ਤਿਆਰ ਕਰਾਂਗੇ। ਹਰੇਕ ਟੌਪਿਕ ਨੂੰ ਲੈ ਕੇ 50 ਤੋਂ 100 ਦੇ ਵਿੱਚ MCQ ਕਰਾਂਗੇ। ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਐਗਜ਼ਾਮ ਦੇ ਵਿੱਚ ਮਿਲਣਗੇ ਕੁਐਸਚਨ। ਤਾਂ ਜਿਹੜੇ ਬੱਚੇ ਨਹੀਂ ਲਗਾਉਂਦੇ ਤਾਂ ਜ਼ਰੂਰ ਲਗਾ ਲਓ। ਬਾਅਦ ਦੇ ਵਿੱਚ ਕਹੋਗੇ ਕਿ ਸਰ ਟਾਈਮ ਘੱਟ ਰਿਹਾ ਹੈ ਜਾਂ ਇਹ ਸੋਚ ਕੇ ਬੈਠੇ ਹੋਏ ਕਿ ਪੇਪਰ ਨਹੀਂ ਨਿਕਲਿਆ ਜੇ, ਇਹ ਤੁਹਾਡੀ ਗਲਤੀ ਹੈ। ਤਾਂ ਚਲੋ ਅੱਜ ਆਪਾਂ ਹੁਣ ਭਾਸ਼ਾ ਅਤੇ ਲਿਪੀ ਤਾਂ ਆਈ ਥਿੰਕ ਕਲੀਅਰ ਹੋ ਗਿਆ ਹੋਣਾ ਸਾਰੇ ਬੱਚਿਆਂ ਨੂੰ। ਜੇ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਕਮੈਂਟ ਕਰਕੇ ਜਾਂ ਗਰੁੱਪ ਦੇ ਵਿੱਚ ਪੁੱਛ ਸਕਦੇ ਆ। ਤਾਂ ਆਪਾਂ ਅੱਜ ਕੀ ਕਰਨਾ ਹੈ, ਭਾਸ਼ਾ ਔਰ ਲਿਪੀ ਤੋਂ ਬਾਅਦ ਆਪਣੇ ਕੋਲ ਸੈਕਿੰਡ ਵਾਲਾ ਜਿਹੜਾ ਆਪਣਾ ਟੌਪਿਕ ਹੈਗਾ, ਠੀਕ ਹੈ, ਹਿੰਦੀ ਦੇ ਵਿੱਚ, ਤਾਂ ਉਹ ਆਪਣੇ ਕੋਲ ਹੈਗਾ ਵਰਨ ਵਿਚਾਰ। ਉਹ ਹੈਗਾ ਵਰਨ ਵਿਚਾਰ, ਠੀਕ ਹੈ, ਵਰਨ ਵਿਚਾਰ। ਤਾਂ ਵਰਨ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਇਹ ਕਾਫੀ ਬੱਚਿਆਂ ਦੇ ਦਿਮਾਗ 'ਚ ਹੋਊਗਾ ਕਿ ਅੰਗ ਕਾਹਦਾ ਹੈ ਜਾਂ ਆਇਆ ਕਿੱਥੋਂ ਹੈ, ਇਹ ਵਰਨ ਵਿਚਾਰ ਐਡ ਕਿਉਂ ਕੀਤਾ ਗਿਆ। ਤਾਂ ਆਪਣੇ ਕੋਲ ਕੀ ਹੁੰਦੀ ਹੈ ਭਾਸ਼ਾ ਤੋਂ ਬਾਅਦ? ਵਿਆਕਰਨ, ਠੀਕ ਹੈ। ਵਿਆਕਰਨ ਦੇ ਵਿੱਚ ਕੀ ਹੈ ਆਪਣੇ ਕੋਲੇ? ਵਿਆਕਰਨ ਦੇ ਅੰਗ ਹੈ ਇਹ। ਪਹਿਲਾ ਕੀ ਹੈ? ਵਰਨ ਵਿਚਾਰ, ਫਿਰ ਆਪਣਾ ਸ਼ਬਦ ਵਿਚਾਰ ਆ ਗਿਆ, ਠੀਕ ਹੈ, ਫਿਰ ਵਾਕਿਆ ਆ ਗਏ। ਇਹ ਸਾਰੇ ਕੀ ਹੈ? ਭਾਸ਼ਾ ਦੇ ਅੰਗ ਹੈ। ਤਾਂ ਆਪਣੇ ਟੌਪਿਕ ਦੇ ਵਿੱਚ ਕੀ ਕੀਤਾ ਹੋਇਆ, ਇਹਨੂੰ ਪੂਰੀ ਡਿਟੇਲ ਦੇ ਵਿੱਚ ਦਿੱਤਾ ਹੈ ਕਿ ਤੁਸੀਂ ਸਪੈਸ਼ਲੀ ਵਰਨ ਵਿਚਾਰ ਪੜ੍ਹਨਾ। ਉਹਦੇ ਵਿੱਚੋਂ ਤੁਹਾਡੇ ਤੋਂ ਅਸੀਂ ਕੁਐਸਚਨ ਪੁੱਛਾਂਗੇ। ਮੈਂ ETT ਵਾਲਿਆਂ ਦੀ ਗੱਲ ਕਰ ਰਿਹਾ, ਤੇ ਜਿਹੜੇ ਬਾਕੀ ਬੱਚਿਆਂ ਨੇ ਕਲੀਅਰ ਕਰਨਾ ਟੌਪਿਕ ਉਹ ਵੀ ਕਰ ਸਕਦੇ ਆ, ਕਿਉਂਕਿ ਸੇਮ ਟੂ ਸੇਮ ਹੀ ਹੋਣ ਵਾਲਾ। ਇਹ ਨਹੀਂ ਕਿ ETT ਵਾਲਿਆਂ ਦਾ ਵੱਖਰਾ ਹੋਊਗਾ। ਜੇ ਬਾਕੀਆਂ ਦੇ ਵੀ ਸਿਲੇਬਸ ਦੇ ਵਿੱਚ ਹੈਗਾ ਤਾਂ ਉਹ ਵੀ ਤੁਸੀਂ ਕਰ ਲਓ। ਤਾਂ ਹੁਣ ਆਪਾਂ ਅੱਜ ਕਰਾਂਗੇ ਵਰਨ ਵਿਚਾਰ। ਵਰਨ ਵਿਚਾਰ ਤੋਂ ਪਹਿਲਾਂ ਕੁਛ ਕੁ 2-3 ਗੱਲਾਂ ਜਿਹੜੀਆਂ ਆਪਾਂ ਇਸ ਬਾਰੇ ਜਾਣਾਂਗੇ, ਫਿਰ ਇਹਨੂੰ ਡੀਪਲੀ ਜਾਵਾਂਗੇ। ਇੰਨਾ ਕੁਝ ਜ਼ਿਆਦਾ ਡੀਪਲੀ ਕਰਵਾ ਦੂੰਗਾ ਮੈਂ ਕਿ ਇਸ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀਡੀਓ ਨਹੀਂ ਦੇਖਣ ਦੀ ਲੋੜ, ਕੋਈ ਲੈਕਚਰ ਲਾਉਣ ਦੀ ਲੋੜ। ਬਸ ਇੱਕ ਕੰਮ ਕਰਨਾ ਤੁਸੀਂ ਕਿ ਇੱਕ ਨੋਟਬੁੱਕ ਅਤੇ ਪੈਨ ਲੈ ਕੇ ਆਪਣਾ ਨੋਟ ਜ਼ਰੂਰ ਕਰਦੇ ਰਹੋ। ਨਾਲ ਨਾਲ ਪਹਿਲਾਂ ਸਮਝ ਲਿਆ ਕਰੋ, ਫਿਰ ਨੋਟ ਕਰ ਲਿਆ ਕਰੋ। ਮੈਂ ਥੋੜ੍ਹਾ ਥੋੜ੍ਹਾ ਵਰਕ ਕਰਾ ਕੇ ਤੁਹਾਨੂੰ ਪੂਰਾ ਕਰਾਊਂਗਾ ਕਿ ਤੁਹਾਨੂੰ ਸਮਝ ਵੀ ਆ ਜਾਏ। ਇਹ ਨਹੀਂ ਕਿ ਇਕੱਠਾ ਤੁਹਾਨੂੰ ਲਿਫਾਫਾ ਭਰ ਕੇ ਦੇਤਾ ਅਤੇ ਬਾਅਦ ਵਿੱਚ ਤੁਸੀਂ ਕਹੋਗੇ ਕਿ ਇਹ ਤਾਂ ਸਰ ਡੁੱਲਣ ਲੱਗ ਗਿਆ। ਤਾਂ ਫਸਟ ਆਪਣੇ ਕੋਲ ਕੀ ਆਊਗਾ, ਆਪਾਂ ਕਰਾਂਗੇ ਵਰਨ ਵਿਚਾਰ ਦੇ ਅੰਗ, ਠੀਕ ਹੈ, ਜਾਂ ਇਹਦੀਆਂ ਟਾਈਪਸ, ਜਾਂ ਇਹਦੇ ਵਿੱਚ ਆਉਂਦਾ ਕੀ ਕੀ ਹੈ, ਕੁਛ ਵੀ ਪੁੱਛ ਸਕਦੇ ਆਪਣੇ। ਤਾਂ ਇਹਦੇ ਆਪਣੇ ਕੋਲ ਕਿੰਨੇ ਆ? 2 ਹੈ ਮੇਨ ਮੁੱਖ ਰੂਪ ਵਿੱਚ। ਕਿਹੜੇ ਕਿਹੜੇ ਹੈ? ਸਵਰ ਅਤੇ ਵਿਅੰਜਨ, ਠੀਕ ਹੈ, ਸਵਰ ਅਤੇ ਵਿਅੰਜਨ। ਇਹ ਦੋਨੋਂ ਨਾਮ ਹੈ ਜਿਹੜੇ ਇਹ ਸੁਣਨ ਦੇ ਵਿੱਚ ਇੰਨੇ ਕੁ ਜ਼ਿਆਦਾ ਸੌਖੇ ਅਤੇ ਸਿੰਪਲ, ਜੋ ਸੌਖੇ ਤੋਂ ਸੌਖਾ ਵਰਡ ਤੁਸੀਂ ਲੈ ਸਕਦੇ ਹੋ, ਇੰਨੇ ਕੁ ਜ਼ਿਆਦਾ ਇਹ ਸੁਣਨ ਦੇ ਵਿੱਚ ਲੱਗਦੇ ਆ ਤਾਂ ਉਦੋਂ ਸਮਝ ਲਓ 100 ਗੁਣਾ ਜ਼ਿਆਦਾ ਇਹ ਟਿਪੀਕਲ ਹੈ। ਬਸ ਤੁਹਾਨੂੰ ਮੈਂ ਇੰਨਾ ਦੱਸ ਦੇਣਾ। ਇਹ ਨਹੀਂ ਕਹਿ ਰਿਹਾ ਕਿ ਔਖੇ ਹੈ, ਇਹ ਕਹਿ ਰਿਹਾ ਕਿ ਜਿੰਨੇ ਜ਼ਿਆਦਾ ਆਪਣੇ ਦਿਮਾਗ 'ਚ ਇਹਨਾਂ ਬਾਰੇ ਬੈਠਾ ਹੋਇਆ ਕਿ ਬਿਲਕੁਲ ਹੀ ਸੌਖੇ ਹੈ, ਜਾਂ ਇਹਨਾਂ ਦਾ ਨਾਮ ਪੜ੍ਹ ਕੇ ਕਹਾਂਗੇ ਕਿ ਇਹਨਾਂ ਵਿੱਚ ਕੀ ਬਣ ਸਕਦਾ, ਤਾਂ ਉਸ ਤੋਂ 100 ਗੁਣਾ ਜ਼ਿਆਦਾ ਇਹ ਲੈਂਥੀ ਅਤੇ ਟਿਪੀਕਲ ਹੈ। ਔਖੇ ਨਹੀਂ ਕਹਿ ਰਿਹਾ ਮੈਂ, ਲੈਂਥੀ ਅਤੇ ਟਿਪੀਕਲ ਦੀ ਗੱਲ ਕਰ ਰਿਹਾ। ਟਿਪੀਕਲ ਮੀਨਸ ਕਿ ਇਹਨਾਂ ਦੇ ਵਿੱਚੋਂ ਪੁਆਇੰਟਾਂ ਦੇ ਵਿੱਚੋਂ ਪੁਆਇੰਟ ਨਿਕਲਦੇ ਜਾਣਗੇ। ਬਸ ਤੁਸੀਂ, ਮੈਂ ਥੋੜ੍ਹਾ ਕੰਮ ਕਰਾਊਂਗਾ, ਪਰ ਸਮਝ ਲਿਓ। ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਚੀਜ਼ ਸਮਝ ਨਹੀਂ ਲੱਗੀ ਜਾਂ ਤੁਹਾਨੂੰ ਵਧੀਆ ਲੱਗਿਆ। ਇਹ ਚੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ। ਲਾਈਕ ਸ਼ੇਅਰ ਕੋਈ ਦਿੱਕਤ ਨਹੀਂ, ਜੇ ਪਸੰਦ ਆਵੇ ਤਾਂ ਕਰ ਦਿਓ। ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਊਂਗਾ। ਪਿਛਲੀ ਵਾਰੀ ਬਹੁਤ ਬੱਚਿਆਂ ਨੂੰ ਇਸ ਗੱਲ ਦੀ ਦਿੱਕਤ ਸੀ ਕਿ ਸਰ ਤੁਸੀਂ ਲਾਈਕ ਸ਼ੇਅਰ ਦਾ ਕਹਿੰਦੇ ਹੋ, ਟਾਈਮ ਸਟੱਡੀ 'ਤੇ ਕੱਢ ਦਿੰਦੇ ਹੋ। ਤਾਂ ਮੈਂ ਪਿਛਲੀਆਂ ਲਾਸਟ 2 ਲੈਕਚਰ ਦੇਖ ਸਕਦੇ ਹੋ, ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਤਾਂ ਉਹ ਚਲੋ ਬਾਅਦ ਦੀਆਂ ਗੱਲਾਂ, ਬਸ ਤੁਸੀਂ ਸਮਝ ਲਓ। ਮੇਨ ਮੁੱਦਾ ਇਹ ਹੈ ਕਿ ਤੁਹਾਨੂੰ ਸਮਝਾਉਣਾ। ਫਸਟ ਹੁਣ ਆਪਾਂ ਗੱਲ ਕਰਾਂਗੇ ਪਹਿਲਾਂ ਸਵਰ ਦੀ, ਫਿਰ ਉਹਦੇ ਵਿੱਚ ਸਵਰ ਦੇ ਵਿੱਚ ਆਪਣੇ ਕੋਲ ਆਉਣਗੇ ਸਵਰ ਦੇ ਪ੍ਰਕਾਰ, ਠੀਕ ਹੈ। ਫਿਰ ਆਪਾਂ ਚੱਲਾਂਗੇ ਵਿਅੰਜਨ ਦੇ। ਵਿਅੰਜਨ ਜ਼ਿਆਦਾ ਨਹੀਂ ਤਾਂ 1 ਵੀਕ ਦੇ ਵਿੱਚ ਆਪਾਂ ਵਿਅੰਜਨ 'ਤੇ ਜਾਵਾਂਗੇ। 1 ਵੀਕ ਆਪਣਾ ਸਵਰਾਂ 'ਤੇ ਲੱਗ ਜਾਣਾ। ਤੁਹਾਨੂੰ ਮੈਂ ਇੰਨੀ ਜ਼ਿਆਦਾ ਡਿਟੇਲ 'ਚ ਕਰਾਊਂਗਾ, ਹੁਣ ਤੁਸੀਂ ਖੁਦ ਸੋਚ ਲਓ। ਇਸ ਤੋਂ ਬਾਅਦ ਤੁਹਾਨੂੰ MCQ ਨਹੀਂ ਆਊਗਾ, ਜਿਹੜੇ ਮੈਂ ਚੀਜ਼ਾਂ ਤੁਹਾਨੂੰ ਕਰਾਤੀਆਂ। ਬਸ ਤੁਸੀਂ ਧਿਆਨ ਦੇਣਾ ਕਿ ਕਿਵੇਂ ਬਣ ਸਕਦਾ। ਤਾਂ ਹੁਣ ਆਪਾਂ ਚੱਲਦੇ ਹਾਂ। ਪਹਿਲਾਂ ਆਪਣੇ ਕੋਲ ਕੁਐਸਚਨ ਕੀ ਬਣ ਸਕਦਾ, ਮੈਂ ਵਾਰ-ਵਾਰ ਕਹਿ ਰਿਹਾ, ਮੈਂ ਲਿਖਾਂ ਨਾ ਲਿਖਾਂ ਤੁਸੀਂ ਜ਼ਰੂਰ ਟਾਈਪ ਕਰ ਲਿਓ। ਪਹਿਲਾ ਕੁਐਸਚਨ ਕੀ ਬਣ ਸਕਦਾ ਕਿ ਵਰਨ ਵਿਚਾਰ ਦੇ ਅੰਗ, ਰੂਪ, ਪ੍ਰਕਾਰ, ਵਰਨ ਵਿਚਾਰ ਦਾ ਵਰਗੀਕਰਨ ਕਿੰਨੇ ਭਾਗਾਂ 'ਚ ਕੀਤਾ ਗਿਆ। ਤਾਂ ਮੇਨ ਆਪਣੇ ਕੋਲ ਕੀ ਆਊਗਾ? 2। ਕਿਹੜੇ ਕਿਹੜੇ? ਸਵਰ ਅਤੇ ਵਿਅੰਜਨ।
क्लीयर हो गया ना। मैं 4 तो 5 वन लाइनर सेम टू सेम बना के दसते जिन्हां दा आंसर सेम है, स्वर ते व्यंजन। सब तो वड्डा हुण व्यंजन नूं दिओ छड़ तुसीं, क्योंकि ये अपना अज दा की 3-4 दिनों का टॉपिक ही है नहीं, ये आपां करांगे आराम नाल बाद दे विच। पहलां आपां करना स्वर, तुहानूं साफ साफ लिख दिना, फिर तुसीं कहोगे सर राइटिंग आंदी, राइटिंग दा थोड़ा जिहा तुहानूं मैं पहलां भी कहा सी कर लिओ मैनेज खुद ही। तो हुण स्वर, सब तो वड्डी दिक्कत बच्चों को की आती है कि स्वर किन्ने प्रकार के। मैं लास्ट ईयर भी देखा सीगा कि बच्चों ने बहुत ज़्यादा कन्फ्यूज सी कि स्वर 11 या 13, कोई आपस में जोड़ा कह लो कंट्रोवर्सी हो जाती सी उन्होंने कि 11 की 11 है, कोई कहता सी 13, तो उन्होंने खुद ही कन्फ्यूज हो जाते सी कि किन्ने है। तो लास्ट ईयर हिंदी में आप इन्ना ज़्यादा छेड़िया नहीं सी, चैनल पर भी नहीं छेड़िया सी, पर हुण हिंदी पहला शुरू कराई कि थोड़ा डिटेल के करा दा, एंड ते थोड़ा लोड़ ना पवे किसी को कहन दी या कितों किसी रिक्वेस्ट करन दी या पेड कोर्स लैन दी। पेड च भी ये चीज़ां नहीं करानियां। हुण अपने की है, हुण मैं पहला गल करूँगा कि स्वर किन्ने हुंदे आ, ठीक है। तो स्वर अपने कोल की है 11 होंदे आ। जदों भी थोड़े तो पूछा जाए कि स्वर किन्ने हुंदे आ हिंदी दे, ठीक है, तो अपने कोल किन्ने आएंगे 11। हुण बहुत दिमाग 'च चल रहा हो कि सर असीं तो 13 सुनिया, ठीक है, तो मैं थोड़ा पूरा लिख के दसूँगा, एक एक निक्की निक्की चीज़ क्लीयर करूँगा कि थोड़ा किसी चीज़ की दिक्कत ना आए। लो हुण मैं स्वर लिखन लग गया, पहला आप लिखांगे जिवें तुसीं पढ़दे आने शुरू तो, मैं बेसिक तो कराऊँगा बिल्कुल। पहला की है अपने को फस्ट, एक होर थोड़ी चीज़ दस देना, जे लिख लियो जो बच्चों ने लिखना वैसे लोड़ नहीं, तो एक होर थोड़ी चीज़ दस देना कि मैं बिल्कुल सिंपल भाषा दे विच बोलूँगा, औखे दे विच नहीं बोलूँगा। फस्ट अपने को की है फिर उस बाद आ दी साउंड आती है, फिर ई, फिर जिन्होंने आप वड्डी ई दी मात्रा कह दें, ठीक है। मैं पहला कह रहा कि सिंपल दे विच दसूँगा, थोड़ा याद रह जाए। मैं थोड़ा स्टार्ट दे विच कहा सी आपां थ्योरी नूं लैके नहीं चलना, आपां सिर्फ ये लैके चलना कि तुसीं छोटे बच्चों वांग सीखना ते निक्कियां निक्कियां चीज़ां ते डिस्कशन करनी है। किसी ने निक्की चीज़ भी थोड़ा नहीं आती, तुसीं बेफिक्र होकर पूछ सकते हो, ठीक है, कि ये ना सोचो कि सर की सोचणगे या कोई कमेंट पढ़ के कोई होर की सोचूगा कि इन्हूं इन्नी छोटी नहीं आती, तुसीं कुछ भी पूछ सकते हैं। नैक्सट की अपने को ताई मैं बेसिक तो करा रहा वो, तो इनू आप वैसे कहते आओ, ठीक है, पर ओ बड़े हो कि मतलब तुम जो मर्जी जो थोड़ा सौखा लगता, मैं थोड़ा इतने प्रोनाउंसिएशन से कोई रोक टोक नहीं, जो थोड़ा सौखा लगता बोल सकते हो, जिमें थोड़ा समझ आता उवें लिख सकते हैं। हुण देखो उस तो बाद अपने को की आंदा, थोनों हरेक चीज़ दसूँगा। हुण देख लो ये आप पढ़ते आने छोटियां तो, छोटियां बुक्स दे विच देखो या प्रोपर बुक्स जिहड़ियां पंजाब दियां लगियां होईयां उन्हां विच आंदे आ 1 2 3 4 5 6 7 8 9 10 11 12 ते 13। ये है सब तो वड्डी कन्फ्यूजन, ठीक है, कि 13 लिखते हुण तुसीं ते तुसीं तां कह रहे सी कि 11, तो मैं हुण तुहानूं ये भी क्लीयर करके दिखाना कि 11 अज तो बाद तुहानूं कितों नहीं पुछण दी लोड़ पैनी कि सर 11 13 11 या 13। हुण देखो सब तो पहलां स्वर अपने को किहड़े है, फस्ट वाले 11, ठीक है। चुप करके इन्हों दिमाग च बिठा लो कि आह वाले अपने को स्वर है, ठीक है। ये किन्ने है 11, जेड़े 2 है इन्हों बारे मैं थोड़ा इत्थे नीचे डिस्कशन करके दिखाना, पूरी डिटेल दे दसूँगा। जो लिखना तो लिख लो आराम नाल, बाद चो लिखना तो बाद च लिख लियो, आराम नाल सुन लिया करो। 20-25 मिनट की क्लास होंगी है, ताई मैं थोड़ा थोड़ा काम करा के इन्ना ज़्यादा वधिया करा, मैं पंजाबी च लिख के दिखाऊँगा, फिर थोड़ा चंगी तरह याद रहूगा। आ 2 सीगे अपने को, इन्हों प्रनाउंस किवें करते हैं, इन्हों प्रनाउंस आप करते हैं, इनू आप की कहने अंग, अंग, ठीक है। नैक्सट इनू की कहते हैं अ, लो इन्हों की प्रनाउंसिएशन है ये दोनों। नैक्सट ये होंगे की है, जे थोड़ा कोई पूछ ले कि अनुस्वर केड़ा है, तो अनुस्वर अपने को की है आ वाला, ठीक है। जे कोई पूछ ले कि विसर्ग केड़ा है, विसर्ग आ वाला, ता करके इन्हों स्वर दे विच नहीं लिया जाता। इन्हों क्या की जाता है वो भी थोड़ा दस देना। दोवां कट्ठियां नूं जे कोई पूछ ले की कहा जाता है, दोनों कट्ठियां नूं आपां की कहने, दोनों कट्ठियां नूं आपां कहने अयोगवा। थोड़ा मैं पंजाबी च लिख के दस रहा कि थोड़ा याद रहे, तुसीं भी भलां दी लिख लियो। मैं पहला कह रहा थ्योरी तो नहीं जाना, आप सिर्फ ये जाना कि थोड़े दिमाग च कंसैप्ट बैठ जाए, जदों आप MCQ करन लगे तुसीं मिनट च जवाब देवो कि सर आ तां सानूं आंदा। हुण मैं उत्थे तुहानूं पुछ ला कि इन्हां विचों अनुस्वर किहड़ा है, तुसीं मिनट च कह दोगे कि सर ए वाला। जे तुहानूं पुछ ला कि विसर्ग किहड़ा है, तुसीं उदों बाद मिनट च कह देना कि सर ए वाला। जे मैं पुछ लैंदा कि अयोगवा दा जोड़ा दसो, उत्थे ऑप्शन आ जाणगियां आ वाला, ठीक है, ओ औ। उस तो बाद नैक्सट ऑप्शन अपने को आ गई, ठीक है, अगे वाली ते अ वाली। उस तो बाद अपने को की आ गई
कोई भी ऊ वाली आ गई तो तुसी चुप करके बी ऑप्शन सी ऑप्शन जिहड़ी भी होई उहदे ते लाओ कि ये योग वा जोड़ है अपने कोले। बिल्कुल पूछे जाते हैं सौखे भी तो औखे भी क्वेश्चन, थोड़ा पेपर दे के पता लग गया होना। क्लीयर है हुण इन्ना कंसैप्ट, स्वर क्लीयर है। सीधा नहीं मैं दसिया कि 11 होंगे टिक ला लो याद कर लो, थोड़ा मैं पूरी डिटेल दे विच दसिया। हुण अगे चलते हैं आपां। मैं जरूर कमेंट करिया करो जे इन्नी वर्क करके आया मैं तुहाडे लई, तो जरूर एक कमेंट करके जरूर दस सकते हैं। नोट करना, स्क्रीनशॉट लेना, जिवें तुहानूं ठीक लगदा है। बाकी मैं प्रैफर करूँगा कि तुसीं लिखो स्क्रीनशॉट लैण दी बजाय, क्योंकि स्क्रीनशॉट फोन दे विच ही रह जांदा, फिर तुसीं कन्फ्यूज़ होंदे फिरदे हो, जूम करके देखदे हो, समझ नहीं आंदा। जिन्ना ज़्यादा लिखोगे उन्ना ज़्यादा लर्न होऊगा। हुण देखो स्वर क्लीयर हो गए, वर्ण भी क्लीयर हो गया कि वर्ण के प्रकार वगैरह किन्ने भागों च वंडिया गया, मैं तुहानूं नाल क्वेश्चन भी दसदा जाना। ठीक है, हुण आपां करांगे स्वर्ग नूं, जिहड़ा स्वर है, ठीक है, स्वर नूं अगों किन्ने प्रकार विच वंडिया गया ते किहड़े-किहड़े ते उहदे अगों किन्ने टाइप्स है। तुहानूं मैं पहलां कहा सी टिपिकल, एक वर्ड याद रख लियो कि टिपिकल है बहुत ज़्यादा है। हुण देखो हुण आपां स्वर तां कर लिया, उन्ना दसूँगा जिन्ना थोड़े सिलेबस के अकॉर्डिंग है, फालतू कुछ नहीं करना आपां। स्वर हुण आपां करांगे स्वर के प्रकार, स्वर के प्रकार। वैसे तो आपां इहदे च 6 करांगे, ठीक है, पर अज की वीडियो थोनों मैं 2 कराऊँगा तां जो थोनों याद रहे। क्लीयर है, क्योंकि 3 नहीं हो गए एक हिसाब से, क्योंकि स्वर भी थोनों डिटेल च दसता, 3 चीज़ां हो जाएंगियां अज की वीडियो थोनों 2 कराऊँगा। वैसे आप 6 करांगे, फिर उस तो बाद व्यंजन नाल चलांगे क्वेश्चन करन तो बाद। ठीक है, हुण देखो फस्ट अपने को अज की जी वीडियो के 2 हैगे आ, लिख लो लिखने का। एक है मात्रा, उच्चारण के लगने वाले समय के आधार पर, लगने वाले, हौली हौली मैं नाल नाल लिख रहा तां करके हौली हौली उवें उवें बोल रहे हैं कि थोनों दिमाग च बैठ जाए चीज़। समय के आधार पर जे तो 6 कर लाँगे 3 घंटिया की क्लास हो जानी है, फिर थोनों समझ भी कुछ नहीं आना ते नाले फिर तुसीं बोर भी हो जाओगे। दूजा आपां की करना, दूसरा अज का पॉइंट अपना है औष्ठ। ये चीज़ां तुसीं देखियां होणगियां, अगे पता लगू थोनों कि हाँ सर सही कह रहे थे कि तुसीं ये आंदे है क्वेश्चन। औष्ठ आकृति के आधार पर, हुण काफ़ी बच्चों का औष्ठ आकृति का होगा कंसैप्ट, मैं सारा क्लीयर करूँगा। अब 2 करने अज की वीडियो च आपां। ठीक है, स्वर के प्रकारां च आंदे है, इन्हों अगों डिटेल दे विच करते हैं, लिख लियो जो लिखना था। हुण करांगे आपां फस्ट वाला, मात्रा व उच्चारण के लगने वाले समय के आधार पर। कुछ भी पूछा जाए, उच्चारण के लगने वाले समय या मात्रा के लगने वाले समय के आधार पर कुछ भी हो सकता है। तो अपना फस्ट इहदे विच की आऊगा, मेन इहदे विच 2 होंदे आ। ठीक है, मेन 2 प्रकार होंदे आ। किहड़े-किहड़े होंदे आ, जिन्हों ह्रस्व भी कह दिंदे आपां, एक हुंदा दीर्घ। हुण शायद काफ़ियां दे दिमाग च आ गया ना कि वाकई सुने सुने है, तो ध्यान नाल समझ लियो। ठीक है, ह्रस्व इनू डिटेल च जान तो पहला, ह्रस्व नूं होर आपां की कह दिंदे आ, लघु। ठीक है, इनू होर की कह दिंदे आ, कोई चीज़ छोटी। ठीक है, छोटा वाला। एक होर की कह दिंदे आ, एक मात्रिक। मैं वार वार शुरू के लैक्चर च कहता सी कि एडी डीपली थोनों कोई नहीं कराने वाला, हिंदी बस उत्तों उत्तों कहणगे आ भाषा ये नहीं आंदा वो नहीं आंदा। होर उन्होंने की कह दिंदे आ, मूल। अब 5 नाम है, 5 दे विचों कोई भी MCQ बन के आ गया कि इहदे विचों लघु स्वर केड़ा है, छोटा स्वर केड़ा है, एक मात्रिक स्वर केड़ा है, मूल स्वर केड़ा है, ह्रस्व स्वर केड़ा है, तो चुप करके जिहड़े मैं दसूँगा उहदे ते टिक लाया। ठीक है, हुण चलते हैं मैं दीर्घ वाल। ताई मैं क्या 2 पॉइंट कराऊँगा पर पूरी रीजनल कि तुहानूं मज़ा आ जाऊगा करके। दीर्घ नूं होर की कहंदे आ, गुरु। लघु दा अपने कोले गुरु, छोटा दा बड़ा आ गया। ठीक है, एक मात्रिक दा होर इहदा की आंदा, द्विमात्रिक। ठीक है, द्विमात्रिक राइटिंग वेले मैनूं ऐ हुंदा कि तुहानूं साफ साफ दिख जे। उस तो बाद अपने को संधि स्वर, स्वर लो लिख लो। हुण देखो मैं दोबारा फिर एक बार रिपीट कर देना इन्होंने अगे जाने तो पहला। वर्ण विचार 2 प्रकार, स्वर व्यंजन स्वर 11 प्रकार के, 13 वाले थोनों मैं दस्या सी कि 2 जिहड़े एक्सट्रा वो किहड़े आ, आपां 11 ही लिखने, 11 प्रकार के होंदे आ। नैक्सट स्वर्ग के प्रकार आपां 6 करांगे 2 अज वाली वीडियो। फस्ट वाला अपने को लगा मात्रा व उच्चारण के लगने वाले समय के आधार पर। अगों किन्ने टाइप्स च वंडिया होया है तो 3, पर आप 2 मेन है, तीजी भी करवा दूंगा, पर 2 मेन है जिहड़ियां जिन्हां दे अकॉर्डिंग क्वेश्चन बनते ही बनते हैं। ह्रस्व जिन्हों आप लघु भी कह दिंदे आ, छोटा भी कह दिंदे आ, एक मात्रिक भी कह दिंदे आ, मूल भी कह दिंदे आ। अगों दीर्घ, गुरु, बड़ा, द्विमात्रिक ते संधि स्वर।
नाम कर लियो याद, 10 ते 10, ठीक है। उन्होंने विचों MCQ बनणगे। हुण चलते हैं आपां पहलां ह्रस्व स्वर ते, तीजा भी दसूँगा ह्रस्व स्वर जिन्हों आपां लघु स्वर भी कह दिंदे आ। किहड़े किहड़े हुंदे आ? छोटे वाले किहड़े हुंदे आ? जिन्होंने आपां जिवें कह दिंदे आ छोटे ई की मात्रा, बड़े ऊ की मात्रा, छोटे बड़े ई की मात्रा, बड़े ए की मात्रा, ठीक है। वो वाले छोटे बड़े की गल कर रहे हैं आपां इत्थे। हुण उहदे विच आण किहड़े गए? ह्रस्व च आणगे अपने कोले अ, ठीक है, छोटे ई की मात्रा, नैक्सट की है छोटे ऊ ते री, ठीक है। आ चारों की है? ह्रस्व स्वर, लघु स्वर, छोटा स्वर, एक मात्रिक स्वर ते मूल स्वर। क्लीयर है। तो जेडे बाकी बच गए वो अपने को दीर्घ स्वर है। याद फिर कर लो, ह्रस्व जे पूछा जाए उत्थे क्वेश्चन आ जाए तुहाडे कोल कि इन्हां विचों एक मात्रिक स्वर किहड़ा, उत्थे ऑप्शनां दित्तियां दूजियां, इन्हां विचों ई लाई हुई छोटे वाली, तो तुसीं आंसर की ला दोगे? ई आंसर। जिमें जिमें करोगे कंसैप्ट क्लीयर होणगे। 2 बारी वीडियो देख लियो फिर नहीं भुलते। हुण चलते हैं अगे। सैकेंड अपने कोल की सी? दीर्घ स्वर। आई थिंक ना लिख लिया होने, मैनूं एक ना ही लिखण दी लोड़ है, जिहड़े 5 तुहानूं दस्से सी लिख लिए होणगे। हुण आ गए दीर्घ स्वर। दीर्घ स्वर हुण तुसीं सर कह रहे थे कि उही है जिहड़े बाकी बच के, उन्हां विच भी डिटेल दे विच गल करांगे, एवें नहीं छड्डना, ठीक है। हुण अपने कोल की रह गए बाकी? जे पूछा जाए ह्रस्व स्वर किन्ने आ? 4। टोटल स्वर किन्ने आ? 11। फिर दीर्घ किन्ने रह गए? दीर्घ रह गए 7। 7 किहड़े किहड़े आ? फस्ट अ तो बाद की आंदा? बड़े वाला अपने कोले, ठीक है। छोटी ई तो बाद बड़ी वाली, ऊ तो बड़े वाला ऊ, री तो बाद की आंदा? ए, फिर बड़े वाला ए अपने को आ गया, ठीक है। मैं थोनों पहला कह रहा प्रोनाउंसिएशन ते नहीं जाना, आपां थोनों मैं सिंपल जिन्नी सिंपल भाषा हो सकती है। लो आपने कोल की है सारे दीर्घ स्वर है। क्लीयर है। हुण इन्हां विच भी कुछ हैगा। हुण जे इहदे विच पुछ लैण दीर्घ संधि का जोड़ा दसो। दीर्घ स्वर तो यह हैगे ही है, इन्हां विचों दीर्घ संधि का जोड़ा किहड़ा? ठीक है, तो इन्हां विचों किहड़े पहले 3 जिहड़े दीर्घ संधि है, इन्हां चों कोई भी आ जाए दीर्घ संधि वाला अपने को आ जाऊगा। दीर्घ संधि, दीर्घ संधि मैं पहला कह रहा डिटेल दे विच, पूरी डिटेल दे विच गल करांगे। लो आ दीर्घ संधि है। हुण जिहड़े पिछे 4 रह गए उन्होंने है दीर्घ स्वरी, एवें ना कन्फ्यूज हो जाओ। हुण उहदे पिछे 4 की रह गए? इन्हां दोनों नूं आपां की कहने आ, जिहड़े आ वाला, ठीक है, तो एक लास्ट वाला, इनू आपां की कहने अगों गुण संधि। ये संधियां की गल कर रहा मैं। जे पूछा जाए तो बाई चांस कि थोनों ये ना हो कि सर ने कराया नहीं या सानू समझ नहीं आया, एक बार निगाह च होनी चाहिए एक चीज़। हुण जिहड़े बाकी 2 रह गए छोटे वाले, उन्हों का भी कोई ना कोई ना होगा, उन्होंने आपां की कहने आ वृद्धि संधि। थोनों पंजाबी च दस देना वृद्धि, चलो पंजाबी च लिख देना वृद्धि संधि, वृद्धि संधि, ठीक है। क्लीयर हो गए। संधियां के अकॉर्डिंग इन्हों किहड़े किहड़े आ। हुण जे पुछ लैन संयुक्त स्वर किहड़े आ? संयुक्त स्वर किहड़े आ? आ चारों ही संयुक्त स्वर है। किहड़े आ? संयुक्त स्वर। देखो निक्कियां, जे हुण मैं तुहानूं सीधा देखो बाकी आंगू सीधा कापी ते पेज ते लिख के ले आंदा, ठीक है, कि आ हुण समझ लो कि मैं कापी ते लिखिया, फिर तुसीं कहना यार आ की कीता है, सानू कोई समझ नहीं आ रहा। हुण देखो इहदे विच की है, तुहानूं मैं एक एक चीज़ एक एक पॉइंट स्टार्ट कराया, तो हुण देखो इत्थों क्लीयर हो गया अपना। ह्रस्व स्वर भी करा, तो दोबारा फिर रीकैप कर लेने आपां। ह्रस्व स्वर किन्ने हुंदे आ? 4। दीर्घ स्वर किन्ने हुंदे आ? 7। ह्रस्व स्वर किहड़े हुंदे आ? छोटे वाले अ, ई ते ऊ वाला। हुण कहोगे ये भी छोटा है, ये किंदे च आंदा? दीर्घ च आंदे दोनों। क्यों आंदे? क्योंकि ये वृद्धि संधि दे आ। हुण री आ गया अगों, ये चारों की है? ह्रस्व स्वर, छोटे स्वर, लघु स्वर, एक मात्रिक ते मूल स्वर। अगों दीर्घ स्वर च आ गया बड़े वाला, बड़े वाली ई, बड़े वाला ऊ, ए, ठीक है, औ ओ सारे आ गए अपने को। इन्होंने गुण संधि कहते दोनों, अगले दोनों वृद्धि, दीर्घ, उदों बाद की संयुक्त स्वर, चारों के चारों है। याद करने पैने हैं, लिख लियो जिमें जिमें नाल नाल मैं लिखता रहना, बाद चो वीडियो देख के लिख सकते हो, समझ लो। हुण देखो की अपने को। हुण मैं एक होर 13 की भी गल दस दिना। आई थिंक कर लिया होना सारिਆਂ ने। दीर्घ स्वर तक अपने हो गए। उच्चारण के आपां जिहड़ा लगन वाला समय, उच्चारण के स्थान की नहीं गल कर रहा मैं। तुसीं सोचो उत्थे नैट तो कढ लो कि उच्चारण के स्थान पर तो सर स्वर इन्ने आ इन्ने आ, मैं गल कर रहा उच्चारण दे विच जिहड़ा समा लगदा उहदी, ठीक है। हुण देखो अगों अपने कोल की है,
ਹੁਣੇ ਆਪਾਂ ਗੱਲ ਕਰਕੇ ਹਟੇ ਸੀ 11 ਤੇ 13 ਸਵਰ ਦੀ। ਇੱਕ ਚੀਜ਼ ਦੇ ਵਿੱਚ 13 ਸਵਰ ਵੀ ਹੁੰਦੇ ਆ, 13 ਸਵਰ ਹੁੰਦੇ ਆ। ਜੇ ਤੁਹਾਨੂੰ ਕੋਈ ਪੁੱਛ ਲੇ ਕਿ ਸੰਸਕ੍ਰਿਤ ਦੇ ਵਿੱਚ ਕਿੰਨੇ ਸਵਰ ਹੈ ਤਾਂ ਆਪਣਾ ਆਨਸਰ ਕੀ ਆਊਗਾ? 13। ਠੀਕ ਹੈ, ਸੰਸਕ੍ਰਿਤ ਦੇ ਵਿੱਚ ਕਿੰਨੇ ਸਵਰ ਹੈ? 13 ਸਵਰ ਹੈ। ਜੇ ਉੱਥੇ ਪੁੱਛਿਆ ਜਾਵੇ ਹਿੰਦੀ 'ਚ 11, ਸੰਸਕ੍ਰਿਤ 'ਚ 13 ਸਵਰ। ਹੁਣ ਉਹ ਵਾਲੇ 13 ਨਹੀਂ, ਉਹ ਵਾਲੇ ਇਹ ਨਾ ਸੋਚਣ ਲੱਗ ਜਿਓ ਕਿ ਜਿਹੜੇ ਵਾਲੇ ਆਪਣੇ ਕਿਹੜੇ ਸੀਗੇ ਉਹ ਲਾਸਟ ਦੇ ਵਿੱਚ ਤੁਹਾਨੂੰ ਮੈਂ ਕਰਾਏ ਸੀਗੇ। ਹਾਂ, ਜਿਹੜੇ ਅਯੋਗਵਾ ਸੀ ਉਹ ਸੰਸਕ੍ਰਿਤ ਦੇ ਸਵਰਾਂ ਦੇ ਵਿੱਚ ਐਡ ਨਹੀਂ ਹੋਣਗੇ। ਸੰਸਕ੍ਰਿਤ ਦੇ ਜਿਹੜੇ 2 ਸਵਰ ਹੈ 11 ਤੋਂ ਇਲਾਵਾ ਉਹ ਇਹ ਵਾਲੇ ਆ, ਨੋਟ ਕਰ ਲਓ ਜੇ ਕਿਸੇ ਬੱਚੇ ਨੇ ਕਰਨੇ ਆ ਤਾਂ। ਇਹਨੂੰ ਆਪਣੇ ਕੀ ਕਹਿੰਦੇ ਆ? ਹੁਣ ਦੇਖੋ, ਇੱਕ ਆਪਣੇ ਕੋਲ ਹੈਗਾ ਰੀ ਵਾਲਾ, ਠੀਕ ਹੈ, ਰੀ ਵਾਲਾ ਜਿਹੜਾ ਆਹ ਵਾਲੀ ਸ਼ੇਪ ਹੈ ਇਹਨੂੰ ਆਪਾਂ ਕੀ ਕਹਿੰਦੇ ਆ? ਦੀਰਘ ਟਰੀ, ਦੀਰਘ ਰੀ। ਠੀਕ ਹੈ, ਦੀਰਘ ਰੀ। ਇਹ ਸੰਸਕ੍ਰਿਤ ਦੇ ਸਵਰ ਦੀ ਗੱਲ ਕਰ ਰਹੇ ਹਾਂ। ਕਈ ਵਾਰੀ ਪੁੱਛਿਆ ਜਾ ਸਕਦਾ ਜਾਂ ਲੋੜ ਪੈ ਜਾਂਦੀ ਹੈ, ਇੱਕ ਵਾਰੀ ਨਿਗਾਹ 'ਚ ਰੱਖ ਲਓ ਹਰੇਕ ਚੀਜ਼। ਆਪਣਾ ਸਵਰ 'ਚ ਕੁਛ ਰਹਿਣਾ ਨਹੀਂ ਚਾਹੀਦਾ। ਦੀਰਘ ਰੀ। ਉਦੋਂ ਬਾਅਦ ਕੀ ਹੈ ਆਪਣਾ? ਟਰੀ। ਉਦੋਂ ਬਾਅਦ ਕੀ ਹੈ? ਟਰੀ। ਇਹ ਕਾਹਦੇ ਹੈ? ਇਹ ਐਕਸਟਰਾ 2 ਹੋਰ ਐਡ ਕਰਕੇ ਸੰਸਕ੍ਰਿਤ ਦੇ ਸਵਰ ਹੈ। ਜੇ ਪੁੱਛ ਲੈ ਕੋਈ ਕਿੰਨੇ ਸਵਰ ਹੈ ਸੰਸਕ੍ਰਿਤ 'ਚ? 13, ਹਿੰਦੀ 'ਚ 11। 2 ਕਿਹੜੇ ਆਪਣੇ ਕੋਲੇ ਜਿਹੜੇ ਤੁਸੀਂ 13 ਦੇ ਕਨਫਿਊਜ਼ਨ ਸੀ ਉਹ ਆਪਣੇ ਕੋਲੇ ਯੋਗਵਾ। ਕਲੀਅਰ ਹੋ ਰਿਹਾ ਸਾਰਾ ਕਨਸੈਪਟ? ਹੌਲੀ ਹੌਲੀ ਦੱਸ ਰਿਹਾ ਤਾਂ ਹੀ ਮੈਂ ਤੁਹਾਨੂੰ। ਹੁਣ ਆਪਾਂ ਚੱਲਦੇ ਹਾਂ, ਦੀਰਘ ਵੀ ਕਰ ਲਿਆ, ਲਘੂ ਵੀ ਕਰ ਲਿਆ। ਦੀਰਘ 4 ਪ੍ਰਕਾਰ ਦੇ ਹੈ, ਲਘੂ 7 ਪ੍ਰਕਾਰ ਦੇ ਹੈ। ਦੀਰਘ ਦੇ ਵਿੱਚ ਹੀ ਆਪਣੇ ਕੋਲ ਆ ਜਾਂਦੇ ਆ ਗੁਣ ਸੰਧੀ, ਦੀਰਘ ਸੰਧੀ, ਵ੍ਰਿਧੀ ਸੰਧੀ, ਸੰਯੁਕਤ ਸਵਰ ਵੀ ਉਹਦੇ 'ਚ ਹੀ ਆ ਜਾਂਦੇ ਆ। ਠੀਕ ਹੈ, ह्रस्व ਸਵਰ ਨੂੰ ਆਪਾਂ ਲਘੂ ਵੀ ਕਹਿੰਦੇ ਆ, ਛੋਟਾ ਸਵਰ ਵੀ ਕਹਿੰਦੇ ਆ, ਇੱਕ ਮਾਤਰਿਕ ਵੀ, ਮੂਲ ਵੀ। ਦੀਰਘ ਨੂੰ ਗੁਰੂ, ਬੜਾ, ਦ੍ਰਿਵੀ ਮਾਤਰਿਕ। ਠੀਕ ਹੈ, ਸੰਧੀ ਸਵਰ, ਸੰਧੀ ਸਵਰ ਦੇ ਵਿੱਚ ਹੀ ਸੰਧੀਆਂ ਆਉਂਦੀਆਂ। ਠੀਕ ਹੈ, ਇਹਨੂੰ ਜੇ ਸੰਧੀ ਸਵਰ ਵੀ ਦੀਰਘ ਸਵਰ ਵਾਲਾ ਤਾਂ ਇਹਦੇ ਵਿੱਚ ਹੀ ਸਾਰੀਆਂ ਤਾਂ ਹੀ ਸੰਧੀਆਂ ਆਉਂਦੀਆਂ। ਕਲੀਅਰ ਹੈ ਸਾਰਿਆਂ ਨੂੰ? ਹੁਣ ਚੱਲਦੇ ਆਪਾਂ ਅੱਗੇ। ਹੁਣ ਕਰਾਂਗੇ ਆਪਾਂ ਇਹਦਾ ਤੀਸਰਾ ਪੁਆਇੰਟ। ਰੇਅਰ ਹੈ ਪਰ ਪੁੱਛਿਆ ਜਾ ਸਕਦਾ। ਉਹਦੀ ਇੱਕ ਛੋਟੀ ਜੀ ਤੁਹਾਨੂੰ ਡੈਫੀਨੇਸ਼ਨ ਦੱਸ ਦੂੰਗਾ, ਉੱਥੇ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਊਗਾ। ਠੀਕ ਹੈ, ਹੁਣ ਦੇਖੋ, ਭਾਸ਼ਾ ਵੀ ਆਪਾਂ ਕਰ ਲਈ, ਲਿਪੀ ਵੀ ਕਰ ਲਈ ਆਪਣਾ। ਆਈ ਥਿੰਕ ਕੋਈ ਜਿਹੜਾ ਛੋਟੇ ਛੋਟੇ ਪੁਆਇੰਟ ਹੈ ਤੁਹਾਨੂੰ ਮੈਂ ਦੱਸ ਚੁੱਕਿਆ। ਕੋਈ ਵੀ ਪੁਆਇੰਟ ਨਹੀਂ ਰਹਿੰਦਾ ਗਾ ਜਿਹੜਾ ਨਹੀਂ ਦੱਸਿਆ ਤੁਹਾਡੇ ਸਿਲੇਬਸ ਦੇ ਅਕੋਰਡਿੰਗ। ਕਰਨ ਨੂੰ ਤਾਂ ਆਪਾਂ ਬਹੁਤ ਡੀਪ ਕਨਸੈਪਟ ਹੈ ਇਹ, ਆਪਾਂ ਬਹੁਤ ਲੰਮਾ ਕਰ ਸਕਦੇ ਹਾਂ। ਹੁਣ ਦੇਖੋ ਆਪਣੇ ਕੋਲ ਅੱਗੋਂ ਕੀ ਹੈ? ਆਈ ਥਿੰਕ ਐਪ ਬੰਦ ਹੋ ਗਈ ਸੀ, ਚਲੋ ਕੋਈ ਨਹੀਂ, ਦੁਬਾਰਾ ਚਲਾ ਲੈਂਦੇ ਆਪਾਂ। ਲਓ, ਉਹ ਦੁਬਾਰਾ ਔਨ ਕਰ ਲੈਂਦੇ। ਅਤੇ ਉਸ ਤੋਂ ਬਾਅਦ ਨਾਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹਨਾਂ ਵਿੱਚੋਂ ਆਪਣੇ ਕੋਲੇ ਤੁਹਾਨੂੰ ਬਸ MCQ ਮੈਂ ਇੰਨੇ ਚੰਗੀ ਤਰ੍ਹਾਂ ਰਟਾ ਦੇਣੇ ਆ ਕਿ ਤੁਸੀਂ ਖੁਦ ਕਹੋਗੇ ਕਿ ਸਰ ਸਾਨੂੰ ਹਿੰਦੀ ਨਹੀਂ ਆਉਂਦੀ ਸੀ, ਤਾਂ ਹੁਣ ਬਹੁਤ ਵਧੀਆ ਤਿਆਰੀ ਹੈ ਸਾਡੀ। ਹੁਣ ਦੇਖੋ ਅੱਗੋਂ ਕੀ ਹੈ ਆਪਣੇ ਕੋਲੇ। ਹੁਣ ਅੱਗੋਂ ਆਪਾਂ ਚੱਲਦੇ ਹਾਂ 3rd ਪੁਆਇੰਟ 'ਤੇ। 3rd ਪੁਆਇੰਟ ਆਪਣੇ ਕੋਲੇ ਪਹਿਲਾ ਸੀਗਾ ह्रस्व स्वर वाला छोटे वाला, दूजा सीगा दीर्घ वाला। ਜਿਹੜੇ ਮੇਨ ਹੈ ਦੇ ਉਚਾਰਨ ਕੇ लगने वाले समय, स्थान नहीं समा। ਹੁਣ ਹੈ ਪਲੁਤ ਸਵਰ। ਪਲੁਤ ਸਵਰ, ਪਲੁਤ ਸਵਰ ਕੀ ਹੁੰਦੇ ਆ? ਪਲੁਤ ਸਵਰ ਉਹ ਹੁੰਦੇ ਆ ਜਿਨ੍ਹਾਂ ਵਿੱਚ 2 ਜਾਂ 2 ਤੋਂ ਵੱਧ ਮਾਤਰਾਵਾਂ ਲੱਗਦੀਆਂ। ਠੀਕ ਹੈ, ਜਿਹੜੇ ਸ਼ਬਦ ਵਿੱਚ 2 ਜਾਂ 2 ਤੋਂ ਵੱਧ ਮਾਤਰਾਵਾਂ ਦਾ ਪ੍ਰਯੋਗ ਹੁੰਦਾ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਪਲੁਤ ਸਵਰ। ਬਸ ਇਹ ਦਿਮਾਗ 'ਚ ਬਿਠਾ ਲਓ ਕਿ ਜਿੰਦੇ ਵਿੱਚ 2 ਜਾਂ 2 ਤੋਂ ਵੱਧ, ਕਈ ਜਗ੍ਹਾ 'ਤੇ ਲਿਖਿਆ ਹੁੰਦਾ ਕਿ 3 ਜਾਂ 3 ਤੋਂ ਵੱਧ, ਬਸ ਸਮਝ ਲਓ ਜਿੰਦੇ 'ਚ 3, 4, 2, 5, 10 ਮਾਤਰਾਵਾਂ ਦਾ ਯੂਜ਼ ਹੁੰਦਾ ਉਹਨੂੰ ਕੀ ਕਹਿੰਦੇ ਆ? ਪਲੁਤ ਸਵਰ। ਇਹਦੀ ਐਗਜ਼ਾਮਪਲ ਆਪਣੇ ਕੋਲ ਕੀ ਹੈ? ਆਪਾਂ ਵਰਡ ਸੁਣਿਆ ਨਾ, ਓਮ। ਠੀਕ ਹੈ, ਇਹਨੂੰ ਆਪਾਂ ਐਂ ਵੀ ਲਿਖ ਦਿੰਦੇ ਹਾਂ। ਕਲੀਅਰ ਹੈ? ਇਹਨੂੰ ਆਪਾਂ ਕਿਵੇਂ ਬੋਲਦੇ ਹਾਂ? ਓਮ। ਬਟ ਮਤਲਬ ਲਗਾਤਾਰ ਬੋਲਦੇ ਜਾਂਦੇ, ਇਹਦੇ ਵਿੱਚ ਕੀ ਹੈ? ਜ਼ਿਆਦਾ ਮਾਤਰਾਵਾਂ ਐਡ ਹੋ ਜਾਂਦੀਆਂ। ਇਹਨੂੰ ਆਪਾਂ ਕੀ ਕਹਿੰਦੇ ਹਾਂ? ਪਲੁਤ ਸਵਰ। ਇੱਥੇ ਇੱਕੋ MCQ ਬਣਦਾ ਤੁਹਾਡਾ ਜੇ ਪੁੱਛਿਆ ਜਾਓ ਨੋਰਮਲ ਸੌਖੇ ਵਾਲਾ ਕਿ ਕਿਹੜਾ ਇਹਦੇ ਵਿੱਚੋਂ ਤੁਹਾਡੇ ਕੋਲ ਪਲੁਤ ਸਵਰ ਹੈ, ਤਾਂ ਓਮ 'ਤੇ ਯਾ ਵਾਲੇ ਓਮ 'ਤੇ ਟਿਕ ਲਾਇਆ ਨਹੀਂ ਆ ਤੁਹਾਡਾ 1 ਨੰਬਰ ਪੱਕਾ। ਇੱਕ ਹੋਰ ਇਹਦੇ ਵਿੱਚ ਯਾਦ ਰੱਖਣ ਵਾਲੀ ਚੀਜ਼ ਹੈ, ਜੇ ਪੁੱਛਿਆ ਜਾਵੇ ਕਿ ਹਿੰਦੀ 'ਚ ਪਲੁਤ ਸਵਰ ਕਿੰਨੇ ਆ? ਹਿੰਦੀ 'ਚ ਕਿੰਨੇ ਆ? ਹਿੰਦੀ 'ਚ ਹੈਗੇ ਟੋਟਲ 8 ਪਲੁਤ ਸਵਰ। ਠੀਕ ਹੈ, ਕਿਹੜੇ ਕਿਹੜੇ ਆ? ਇੱਕ ਤਾਂ ਅ ਵਾਲਾ ਜਮਾਂ ਸਟਾਰਟਿੰਗ ਵਾਲਾ ਸਵਰ, ਠੀਕ ਹੈ, ਬਾਕੀ ਜਿਹੜੇ 7 ਦੀਰਘ ਸਵਰ ਹੈ ਇਹ 8 ਕੀ ਹੈ? ਪਲੁਤ ਸਵਰ ਹੈ। ਤੇ ਜੇ ਪੁੱਛ ਲੈਣ ਸੰਸਕ੍ਰਿਤ 'ਚ ਕਿੰਨੇ ਆ? ਸੰਸਕ੍ਰਿਤ 'ਚ ਆਪਣੇ ਕੋਲ ਹੈਗੇ ਆ 9। ਠੀਕ ਹੈ, ਹਿੰਦੀ 'ਚ 8 ਹੈ, ਸੰਸਕ੍ਰਿਤ 'ਚ ਕਿੰਨੇ ਆ? 9 ਪਲੁਤ ਸਵਰ ਹੈ। ਬਸ ਇੰਨਾ ਹੀ, ਇਹਦੇ 'ਚ ਜ਼ਿਆਦਾ ਨਹੀਂ, 3-4 ਚੀਜ਼ਾਂ ਯਾਦ ਰੱਖਣੀਆਂ। ਮੈਂ ਦੁਬਾਰਾ ਫਿਰ ਦੱਸ ਦਿੰਦਾ। ਪਲੁਤ ਸਵਰ ਉਹ ਹੁੰਦੇ ਆ ਜਿਨ੍ਹਾਂ 2 ਜਾਂ 2 ਤੋਂ ਵੱਧ ਮਾਤਰਾ, 3 ਜਾਂ 3 ਤੋਂ ਵੱਧ ਮਾਤਰਾ ਯੂਜ਼ ਹੁੰਦੀਆਂ। ਪਲੁਤ ਸਵਰ ਕਹਿਲਾਉਂਦੇ ਆ। ਜਿਵੇਂ ਐਗਜ਼ਾਮਪਲ ਓਮ, ਹਿੰਦੀ 'ਚ 8 ਹੁੰਦੇ ਆ। ਕਿਹੜੇ ਕਿਹੜੇ ਹੁੰਦੇ ਆ? ਅ ਅਤੇ 7 ਦੀਰਘ ਸਵਰ ਜਿਹੜੇ ਹੈਗੇ ਆ।
संस्कृत च 9 होंगे। क्लीयर है। हुण ये ना कहो कि सर संस्कृत वाले दस दो, फिर अपने स्वर भी भुल जाओगे जो संस्कृत की आप भाषा पहुँच गए तो। चलो हुण अपना ये कंप्लीट हो गया फस्ट वाला। अज आप 2 कर रहे हैं ना, फस्ट वाला अपना कंप्लीट हो गया। इहदे च आया अपने को उच्चारण स्थान पे लगने वाला समा। सैकेंड अपने को की है, सैकेंड अपने को ओष्ठ आकृति, ओष्ठ आकृति, ठीक है। ओष्ठ आकृति के आधार पर, ओष्ठ आकृति के आधार पर एक बेचारी राइटिंग बहुत सोहनी हो रही है, मैं दोबारा ही लिख देना थोनों। ओष्ठ आकृति लो हम सोना सोना लिख के थोनों मैं लिख लियो फिर। ओष्ठ आकृति ज़्यादा सोना नहीं, मैं क्या उस तो सोना की गल कर रहे हैं। ओष्ठ आकृति के आधार पर स्वर किहड़े किहड़े हुंदे आ, जे पूछा जाए किन्ने हुंदे आ, किन्ने हुंदे आ 2 प्रकार दे, ठीक है। किन्ने प्रकार दे हुंदे आ 2 प्रकार दे। किहड़े किहड़े हुंदे आ, फस्ट किहड़ा हुंदा, फस्ट हुंदे आ वृत्ताकार, वृत्ताकार। जेड़े बच्चे ला के क्लासा बहुत वधिया तैयारी होने वाली है। बार बार कह रहे हैं लास्ट करी चलो MCQ, फिर कोई थोनू सिट्टा नहीं निकलना MCQ कल्ले करन दा जे थोनू कंसैप्ट नहीं क्लीयर दा। जे कंसैप्ट ध्यान च है MCQ भुलदे भी हो किते ना किते हिट जरूर कर सकते हो, तुक्का लाने के काबिल हो सकते हैं, ठीक है। केड़ा पहला वृत्ताकार, वृत्ताकार, ठीक है। सैकेंड केड़ा अवृत्ताकार, वृत्ताकार, ठीक है। सैकेंड केड़ा अवृत्ताकार। क्लीयर है। हुण देखो अगों की है, हुण अगों अपने कोल की है, इनू आपां की कहने वृत्तमुखी भी कह दिंदे आ, वृत्तमुखी, ठीक है। सैकेंड वाले की कहने अवृत्तमुखी। सौखा, बिल्कुल सौखा काम है। की कह दें इनू अवृत्तमुखी। हुण देखो हुण तुहानूं मैं पंजाबी अपनी मात भाषा दे विच भी दस दिना कि जिन्हों वृत्ताकार वो होंदे आ जिन्हों बोलन वेले, ठीक है, मूँह की है गोल खुले, गोल गोल। हुण स्वर बोलन लग जाओ सारे याद हो जाएंगे, ठीक है। इहदा उल्ट आड़ा लग्या अगे, उल्ट इहदा की है गोल ना खुले। जिन्होंने बोलन वेले मूँह गोल खुले तो जिन्होंने बोलन वेले गोल ना खुले। ना खुले वाले किहड़े आ अवृत्ताकार, अवृत्तमुखी। गोल खुले वाले किहड़े आ वृत्ताकार ते वृत्तमुखी। हुण आ जाओ आपां किहड़े किहड़े आ, इहदे च भी 4 ते 7 वाली रेशो है, 4 है एक च ते 7 है दूसरे च। हुण 4 किहड़े च है फस्ट वाले च, ठीक है। हुण देख लो इन्होंने याद किवें करना, याद करन दा भी दस देना तुहानूं मैं। पहला की है ओ, ये तो सौखा ही है कि इहदे बारी गोल खुलना ही खुलना, ते लास्ट वाले बस ये चारों है आऊ तक, इन्हू इन्हें आऊ। नैक्सट की है इहदे 4 है, ठीक है। हुण देखो हुण अगों अपने कोल की है अ, ठीक है, ई, बाकी जिहड़े रह गए लिख दिओ चुप करके बस, जिहड़े बाकी रह गए एक याद होना चाहिए तुहानूं, दूसरे तो आटोमैटिक ही हो जाने हैं। लो क्लीयर हो रहे हैं तुहानूं, क्लीयर है। 7 एक वाले पासे है जिन्हां च गोल नहीं मूँह खुलदा, 4 एक वाले पासे है आऊ, आऊ वाले नूं बोल के देख लो गोल मूँह हुंदा, ऊ वाले ते भी गोल मूँह अपने कोले, तां करके 4 है वृत्ताकार वृत्तमुखी गोल खुले वाले, अवृत्ताकार अवृत्तमुखी गोल ना खुले वाले। हुण एक चीज़ दसन लग्या तुहानूं मैं बहुत वधिया ते वो थोड़े ध्यान च होनी चाहिए है, तो बहुत 90% जिहड़े बच्चे देख रहे हैं उन्होंने आई थिंक नहीं पता होनी, ये भी मैं तुहानूं दस देना नाल कि उन्होंने नहीं पता होनी। ध्यान नाल सुन लियो, एक वर्ड देखिया होना तुसीं हिंदी दे विच आ वाला, बहुत बच्चे तो यही कन्फ्यूजन च हुंदे बुक दे विच पढ़ के कि औ वाला पाया होया आ वाला, ठीक है, पर इहदे विच की है उत्ते अर्ध चांद बिंदु पाया, क्योंकि जे आ वाला हुंदा तो पूरा चांद बिंदु होना सी, इहदे विच ते अर्ध है, ठीक है। हुण मैं अज दसन जा रहा है किहड़ा वर्ड, इहनूं आपां की कहने आ आगत स्वर, इहनूं आपां की कहने आ आगत स्वर। अज थोड़ा कंसैप्ट क्लीयर कर देना, बिल्कुल मज़ा आ जाना कि वाकई कुछ वेख्या आगत स्वर। होर देखो इनू आपां की कहांगे कि किहड़ा अंग्रेजी भाषा तो लिया गया स्वर, ये वाला ही आगत स्वर अंग्रेजी भाषा तो, ठीक है, ये स्वर नूं अंग्रेजी भाषा तो लिया गया। नैक्सट एक होर लिख सकते हैं आपां इनू कि विदेशी स्वर किहड़ा,
ਇਹਦੇ ਵਿੱਚ ਆਪਸ਼ਨ ਦੇ ਵਿੱਚ ਪਿਆ ਹੋਊਗਾ, ਕਿਉਂਕਿ ਜੇ ਅੰਗਰੇਜ਼ੀ ਤੋਂ ਲਿਆ ਤਾਂ ਅੰਗਰੇਜ਼ਾ ਹੈ ਤਾਂ ਵਿਦੇਸ਼ ਹੀ ਹੈ। ਨੈਕਸਟ ਕੀ ਹੈ? ਗ੍ਰਹਿਤ, ਗ੍ਰਹਿਤ ਸਵਰ ਜਿਹੜਾ ਗ੍ਰਹਿਣ ਕੀਤਾ ਗਿਆ ਕਿਤੋਂ। ਤੁਹਾਨੂੰ ਦੱਸ ਰਿਹਾ ਵਾਰ-ਵਾਰ ਮੈਂ ਕਿ ਨਹੀਂ ਪਤਾ ਲੱਗਣੀਆਂ ਕਿ ਇਹੋ ਜਿਹੀਆਂ ਚੀਜ਼ਾਂ ਨਹੀਂ ਦੱਸਣੀਆਂ। ਨੈਕਸਟ ਮਹਿਮਾਨ ਸਵਰ, ਜਿਹੜਾ ਬਾਹਰੋਂ ਆਇਆ ਮਹਿਮਾਨ ਹੈ ਆਪਣਾ, ਕਿਹੜਾ ਸਵਰ ਹੈ ਉਹ? ਆਹ ਵਾਲਾ, ਜਿਹੜਾ ਤੁਹਾਨੂੰ ਲੱਗਦਾ ਵੇਖਣ 'ਚ ਕਿ ਇਹਦੇ ਉੱਤੇ ਮਾਤਰਾ ਪਾਈ ਹੋਈ ਹੈ ਪਰ ਇਹ ਅਰਧ ਚਾਂਦ ਬਿੰਦੂ ਹੈ, ਠੀਕ ਹੈ। ਇਹਨੂੰ ਆਪਾਂ ਆਗਤ ਸਵਰ ਕਹਿੰਦੇ ਆ, ਵਿਦੇਸ਼ੀ ਸਵਰ, ਅੰਗਰੇਜ਼ੀ, ਗ੍ਰਹਿਤ ਕੀਤਾ ਹੋਇਆ ਕਿਤੋਂ, ਜਾਂ ਮਹਿਮਾਨ ਸਵਰ। ਹੁਣ ਇੱਕ ਚੀਜ਼ ਤੁਹਾਡੇ ਦਿਮਾਗ 'ਚ ਆਉਂਦੀ ਹੋਣੀ ਹੈ ਕਿ ਇਹਨੂੰ ਫਿਰ ਸਵਰਾਂ ਦੇ ਵਿੱਚ ਕਿਉਂ ਨਹੀਂ ਰੱਖਿਆ ਸਰ, 12 ਕਿਉਂ ਨਹੀਂ ਕੀਤੇ ਸਵਰ? ਕਿਉਂਕਿ ਇਹ ਵਿਦੇਸ਼ੀ ਹੈ, ਬਾਹਰਲਾ, ਘਰ ਦਾ ਬੰਦਾ ਨਹੀਂ, ਤਾਂ ਕਰਕੇ ਇਹਨੂੰ ਫੈਮਿਲੀ ਦੇ ਵਿੱਚ ਐਡ ਨਹੀਂ ਕੀਤਾ ਹੋਇਆ। ਇੱਕ ਚੀਜ਼ ਕਲੀਅਰ ਹੋ ਗਈ। ਦੂਸਰੀ ਚੀਜ਼ ਕਿ ਹੁਣ ਇਹ ਕੀ ਹੈ, ਇਹ ਵ੍ਰਿਤਾਕਾਰ ਹੈ ਜਾਂ ਅਵ੍ਰਿਤਾਕਾਰ ਹੈ। ਤਾਂ ਹੁਣ ਤੁਹਾਨੂੰ ਮੈਂ ਵੀ ਦੱਸ ਦਿੰਦਾ ਕਿ ਜਿਹੜਾ ਇਹ ਵਾਲਾ ਹੈਗਾ, ਠੀਕ ਹੈ, ਉਹ ਹੈਗਾ ਵ੍ਰਿਤਾਕਾਰ। ਇਹ ਅਉ ਦਾ ਹੀ ਭਰਾ ਹੈ ਬਸ, ਠੀਕ ਹੈ। ਹੁਣ ਇਹ ਨਾ ਕਿਹੋ ਕਿ ਸਾਰੇ 4 ਸੀਗੇ ਤੇ 5 ਹੋ ਗਏ, 5 ਨਹੀਂ ਹੋਏ, ਕਿਉਂਕਿ ਜੇ ਘਰ ਦੇ ਮੈਂਬਰ ਇਹ 4 ਹੀ ਹੈ। ਇਹ ਬਾਹਰੋਂ ਆਇਆ ਗੇੜਾ ਕੱਢਣ, ਹੈ ਇਹਨਾਂ ਦੇ ਕਾਸਟ ਦਾ ਹੀ, ਠੀਕ ਹੈ, ਪਰ ਇਹਨਾਂ ਨੂੰ ਫੈਮਿਲੀ ਦੇ ਵਿੱਚ ਐਡ ਨਹੀਂ ਕੀਤਾ ਜਾਊਗਾ। ਪਰ ਜੇ ਇਕੱਲੇ ਦਾ ਪੁੱਛਿਆ ਜਾਵੇ ਕਿ ਇਹਨਾਂ 4 ਵਿੱਚੋਂ ਜੇ ਆਹ 3 ਆਪਸ਼ਨਾਂ ਦੇ ਦਈਏ ਤੇ ਇੱਕ ਆਹ ਆਪਸ਼ਨ ਹੋਵੇ ਕਿ ਇਹਨਾਂ ਵਿੱਚੋਂ ਵ੍ਰਿਤਮੁਖੀ ਕਿਹੜਾ, ਤਾਂ ਤੁਸੀਂ ਇਹਦੇ ਤੇ ਲਾ ਕੇ ਆ ਸਕਦੇ ਆ। ਜੇ ਪੁੱਛਿਆ ਜਾਵੇ ਗ੍ਰਹਿਤ ਸਵਰ ਕਿਹੜਾ, ਇਹ ਵਾਲਾ ਹੀ ਹੈ। ਵਿਦੇਸ਼ੀ ਪੁੱਛਿਆ ਜਾਵੇ ਤਾਂ ਵੀ ਇਹ ਵਾਲਾ ਹੀ ਹੈ। ਜੇ ਅੰਗਰੇਜ਼ੀ ਪੁੱਛਿਆ ਜਾਵੇ ਇਹੀ ਹੈ। ਮਹਿਮਾਨ ਕਿਹੜਾ, ਇਹੀ ਹੈ। ਸਵਰ ਕਿੰਨੇ ਆ? 11। ਸੰਸਕ੍ਰਿਤ ਦੇ ਵਿੱਚ 13, ਠੀਕ ਹੈ, ਕਲੀਅਰ ਹੋ ਰਿਹਾ। ਕਲੁਸ਼ ਸਵਰ ਕਿੰਨੇ ਆ ਸਵਰ ਹਿੰਦੀ ਦੇ ਵਿੱਚ? 8 ਤੇ ਸੰਸਕ੍ਰਿਤ ਦੇ ਵਿੱਚ 9। 4 ਕਿਹੜੇ ਆ ਆਪਣੇ ਕੋਲੇ? ਹਰਸਵ ਸਵਰ ਛੋਟੇ ਵਾਲੇ ਇੱਕ ਮਾਤਰਿਕ, ਤੇ 7 ਕਿਹੜੇ ਆ? ਦੀਰਘ ਵਾਲੇ। 4 ਕਿਹੜੇ ਆ? ਵ੍ਰਿਤਾਕਾਰ, ਤੇ 7 ਕਿਹੜੇ ਆ? ਅਵ੍ਰਿਤਾਕਾਰ। ਉਹ ਜਿਨ੍ਹਾਂ ਦੇ ਓ ਵਾਲੀ ਆਵਾਜ਼ ਆਵੇ, ਠੀਕ ਹੈ, ਗੋਲ ਹੋਵੇ ਮੂੰਹ, ਉਹ ਵ੍ਰਿਤਾਕਾਰ ਹੈ। ਦੂਜੇ ਕਿਹੜੇ ਆ? ਜਿਨ੍ਹਾਂ 'ਚ ਗੋਲ ਨਾ ਹੋਵੇ। ਇਹ ਸੀ ਅੱਜ ਦੇ ਆਪਣੇ ਕੰਸੈਪਟ। ਜ਼ਿਆਦਾ ਨਹੀਂ ਤਾਂ ਘੱਟੋ ਘੱਟ 20 ਤਾਂ ਕੁਐਸਚਨ ਤੁਸੀਂ ਬਣਾ ਲਓਗੇ, ਠੀਕ ਹੈ, ਇਹਨਾਂ 2-3 ਚੋਂ ਹੀ। ਮੈਂ ਪੂਰੀ ਡਿਟੇਲ ਦੇ ਵਿੱਚ ਦੱਸਤਾ। ਜੇ ਫਿਰ ਵੀ ਕੁਛ ਰਹਿ ਗਿਆ ਹੋਵੇ ਪੁੱਛ ਲਿਓ, ਸਮਝ ਲੱਗੀ ਹੋਵੇ ਤਾਂ ਵੀ ਕਮੈਂਟ, ਨਾ ਲੱਗੀ ਹੋਵੇ ਤਾਂ ਵੀ ਕਮੈਂਟ ਕਰਕੇ ਪੁੱਛ ਲਿਓ। ਕੋਈ ਵੀ ਫਿਰ ਵੀ ਡਾਊਟ ਹੋਵੇ ਤਾਂ ਗਰੁੱਪ ਆਪਣਾ ਓਪਨ ਹੀ ਆ ਸਦਾ ਹੀ, ਜਦੋਂ ਮਰਜ਼ੀ ਤੁਸੀਂ ਪੁੱਛ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ। ਲਾਈਕ ਸ਼ੇਅਰ ਜੇ ਦਿਲ ਕਰੇ ਤਾਂ ਜ਼ਰੂਰ ਕਰਕੇ ਜਾਇਓ, ਆਪਣੇ ਫਰੈਂਡਸ ਨੂੰ ਦੱਸੋ, ਕਲਾਸ ਲਾ ਲਿਆ ਕਰੋ। ਤੇ ਕਾफ़ੀ ਬੱਚੇ ਹਜੇ ਇੱਕ ਚੀਜ਼ ਪੁੱਛਦੇ ਰਹਿੰਦੇ ਆ ਕਿ ਸਰ ETT ਵਾਲਿਆਂ ਵਾਸਤੇ ਵੀ ਕਰਾਓ। ETT ਦੀ ਹਿੰਦੀ ਹੀ ਹੈ, ਠੀਕ ਹੈ। ਬਾਕੀ ਸਿਲੈਕਟ ਵੀ ਕਰਾਂਗੇ। ਫਿਰ ਵੀ ਕੋਈ ਕੁਐਸਚਨ ਹੋਵੇ ਅਗਲੀ ਵੀਡੀਓ 'ਚ ਲੈ ਲਾਂਗੇ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ।